ਜਿਹੜਾ ਵੀ ਤੇਰੇ ਘਰ ਸ਼ਰਧਾ ਨਾਲ ਝੁਕਦਾ ਉਹਦੇ ਸਾਰਿਆਂ ਦੇ ਦੁੱਖ ਕਲੇਸ਼ ਕੱਟ ਜਾਂਦੇ ਨੇ। ਸਤ ਸੰਗੀ, ਉਹ ਮਾਂ-ਬਾਪ ਧੰਨ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਗੁਰੂ ਦੀ ਅਸੀਸ ਦਿਵਾਉਂਦੇ ਨੇ। ਉਹ ਬੱਚੇ ਵੀ ਕਿਸੇ ਮਕਾਮ ਤੱਕ ਪੁੱਜ ਜਾਂਦੇ ਨੇ ਜਿਹੜੇ ਬੱਚਿਆਂ ਨੂੰ ਗੁਰੂ ਦੀ ਅਸੀਸ ਮਿਲ ਜਾਵੇ, ਜਿਨ੍ਹਾਂ ਨੂੰ ਗੁਰੂ ਦੀ ਨਜ਼ਰ ਮਿਲ ਜਾਵੇ। ਲੋ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜੀ ਪਿਆਰੀ ਬਾਤ ਲਿਖੀ, ਤੁਸੀਂ ਸ਼ਰਧਾ ਨਾਲ ਸੁਣਿਓ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਹੈ। ਕਿੰਨੇ ਗਰੀਬ, ਮਾਂ ਤੇ ਪੁੱਤਰ ਕੱਖਾਂ ਦੀ ਝੁੱਗੀ 'ਚ ਰਹਿੰਦੇ ਨੇ। ਸਵੇਰੇ ਖਾਂਦੇ ਉਹਨਾਂ ਨੂੰ ਸ਼ਾਮ ਦੀ ਚਿੰਤਾ ਰਹਿੰਦੀ ਹੈ। ਤੇ ਇੱਕ ਦਿਨ ਬੁੱਢੀ ਮਾਂ ਕਹਿੰਦੀ ਪੁੱਤਰ, ਮੇਰੇ ਕੋਲੋਂ ਕੋਈ ਕੰਮ ਨਹੀਂ ਹੁਣ ਹੁੰਦਾ, ਮੇਰੇ ਕੋਲੋਂ ਲੋਕਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ, ਤੂੰ ਕੋਈ ਕੰਮ ਕਰਿਆ ਕਰ। ਉਹ ਕਹਿੰਦਾ ਮਾਂ, ਮੈਂ ਕਿਹੜਾ ਕੰਮ ਕਰਾਂ, ਮੈਨੂੰ ਤੇ ਇੰਨਾ ਹੀ ਪਤਾ ਇਹ ਥੈਲੇ ਵਿੱਚ ਕਿਤਾਬਾਂ ਪਾ ਦਿੰਦੀ ਤੇ ਮੈਂ ਚੁੱਕ ਕੇ ਬਦਿਆਲੇ ਚਲਾ ਜਾਂਦਾ, ਕੀ ਕਰਾਂਗਾ। ਮਾਂ ਕਹਿੰਦੀ ਪੁੱਤਰ, ਮੈਂ ਤੈਨੂੰ ਛੋਲੇ ਉਬਾਲ ਦਿਆ ਕਰਾਂਗੀ ਤੇ ਤੂੰ ਵੇਚ ਆਇਆ ਕਰ। ਮਾਂ ਨੇ ਪਹਿਲੇ ਦਿਨ ਛੋਲੇ ਉਬਾਲੇ ਤੇ ਟੋਕਰੀ ਵਿੱਚ ਪਾ ਕੇ ਛੋਟੇ ਜਿਹੇ ਬੱਚੇ ਦੇ ਸਿਰ ਤੇ ਰੱਖਤੀ ਟੋਕਰੀ। ਕਹਿੰਦੀ ਜਾ ਵੇਚ ਕੇ ਆ। ਉਹ ਕਹਿੰਦਾ ਮਾਂ, ਕਿਹੜੇ ਬਾਜ਼ਾਰ ਵਿੱਚ ਵੇਚ ਕੇ ਆਵਾਂ, ਕਿਹੜੀ ਗਲੀ 'ਚ, ਕਿਹੜੇ ਮੋੜ ਤੇ ਖਲੋਵਾਂ। ਮਾਂ ਜਾਣਦੀ ਸੀ ਸਾਡੀ ਦੌੜ ਭੱਜ ਇੱਕ ਬਹਾਨਾ ਹੈ। ਜੇ ਗਲੀਆਂ 'ਚ ਛੋਲੇ ਵੇਚਦਾ ਰਿਹਾ ਸਾਰੀ ਜ਼ਿੰਦਗੀ ਛੋਲੇ ਹੀ ਵੇਚੀ ਜਾਵੇਗਾ, ਗਰੀਬੀ ਫਿਰ ਵੀ ਨਹੀਂ ਕੱਟਣੀ, ਦਿਨ ਫਿਰ ਵੀ ਨਹੀਂ ਬਦਲਣੇ। ਕਹਿੰਦੇ ਪੁੱਤਰ, ਤੂੰ ਇੰਜ ਕਰਿਆ ਕਰ, ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜਾ ਕੇ ਛੋਲੇ ਵੇਚਿਆ ਕਰ। ਇੱਕ ਤੇ ਉੱਥੇ ਸੰਗਤ ਬਹੁਤ ਆਉਂਦੀ ਹੈ, ਤੇਰੇ ਛੋਲੇ ਵਿਕਣਗੇ, ਤੇ ਨਾਲੇ ਪੁੱਤਰ ਤੂੰ ਗੁਰੂ ਰਾਮਦਾਸ ਜੀ ਦੀ ਨਜ਼ਰ ਹੇਠ ਰਹੇਗਾ। ਛੋਟਾ ਜਿਹਾ ਬੱਚਾ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਭੁੰਜੇ ਬੋਰੀ ਵਿਛਾਉਂਦਾ ਏ ਤੇ ਅੱਗੇ ਰੱਖਦਾ ਏ ਟੋਕਰੀ ਤੇ ਆਵਾਜ਼ਾਂ ਮਾਰਦਾ ਏ, ਛੋਲੇ ਲੈ ਲਓ। ਆਓ ਭਾਵਨਾ ਬਣਾਇਓ, ਭਾਵਨਾ ਬਣ ਜਾਏ ਕੀਰਤਨ ਦਾ ਰਸ ਵੱਧਦਾ ਹੈ। ਤੁਸੀਂ ਸਾਰਿਆਂ ਨੇ ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕੀਤੇ, ਕੀਰਤਨ ਵਿੱਚੋਂ ਛੋਟਾ ਜਿਹਾ ਬੱਚਾ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਭੁੰਜੇ ਬੋਰੀ ਵਿਛਾ ਕੇ ਬਹਿ ਜਾਂਦਾ ਹੈ। ਅੱਗੇ ਰੱਖੀ ਟੋਕਰੀ ਤੇ ਆਵਾਜ਼ਾਂ ਮਾਰਦਾ, ਛੋਲੇ ਲੈ ਲਓ, ਛੋਲੇ ਲੈ ਲਓ। ਅੱਜ ਗੁਰੂ ਰਾਮਦਾਸ ਮਹਾਰਾਜ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਨੂੰ ਆ ਰਹੇ। ਜਦੋਂ ਡਿਉੜੀ ਵਿੱਚ ਆਏ, ਤੋਤਲੀ ਜਿਹੀ ਆਵਾਜ਼ ਕੰਨਾਂ 'ਚ ਪੈ ਰਹੀ, ਛੋਲੇ ਲੈ ਲਓ। ਇਹ ਕਿਹਦੀ ਆਵਾਜ਼ ਹੈ? ਜਦੋਂ ਝੱਟ ਦਿਨੀ ਜਾ ਕੇ ਵੇਖਿਆ, ਉਹ ਸਾਹਮਣੇ ਇੱਕ ਗਰੀਬੜਾ ਜਿਹਾ ਬੱਚਾ ਫਟੇ ਮੈਲੇ ਗਲ ਵਿੱਚ ਕੱਪੜੇ ਭੁੰਜੇ ਬੋਰੀ ਤੇ ਬੈਠਾ ਆਵਾਜ਼ਾਂ ਮਾਰਦਾ ਹੈ, ਛੋਲੇ ਲੈ ਲਓ। ਸਤ ਸੰਗੀ, ਮਹਾਰਾਜ ਇਹਦੇ ਵੱਲ ਵੇਖੀ ਜਾਂਦੇ ਨੇ ਤੇ ਨਾਲੇ ਸਤਿਗੁਰੂ ਖੜੇ ਕੁਝ ਸੋਚੀ ਜਾਂਦੇ ਨੇ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਤੁਸੀਂ ਕਿਸੇ ਨੂੰ ਵੇਖਦੇ ਹੋ ਨਾ ਤੇ ਤੁਹਾਨੂੰ ਕੁਝ ਆਪਣਾ ਯਾਦ ਆਉਣ ਲੱਗ ਪੈਂਦਾ ਹੈ, ਕੋਈ ਆਪਣੇ ਬੀਤੇ ਦੀਆਂ ਸਮਾਂ ਯਾਦ ਆਉਣ ਲੱਗ ਪੈਂਦੀਆਂ ਨੇ। ਐ ਮਹਾਰਾਜ, ਇਸ ਗਰੀਬ ਵੱਲ ਵੇਖ ਕੇ ਤੁਸੀਂ ਕੀ ਸੋਚੀ ਜਾਂਦੇ? ਕਰਿਓ ਗੁਰੂ ਦੇ ਦੀਦਾਰ। ਮਹਾਰਾਜ ਕਿਹੜੀਆਂ ਸੋਚਾਂ 'ਚ ਚਲੇ ਗਏ ਇਹਦੇ ਵੱਲ ਵੇਖ ਕੇ? ਹਾਂ ਸਤ ਸੰਗੀ, ਬਚਪਨ ਦੀ ਉਮਰ, ਗਰੀਬੀ ਦਾ ਸਮਾਂ, ਮਹਾਰਾਜ ਆਪ ਵੀ
इसी तरह छोले बेचिया करते सन। जदों अज इस बच्चे दीयां आवाज़ां सुनिया ना, महाराज जी नूं सारा समा याद आ गया। कदी मैं भी इसी तरह गलियां विच आवाज़ां मारदा हुंदा सी, छोले ले लो। कोई मैनू कहंदा तेरे छोले कच्चे, ते कोई कहंदा लूण घट। किहदा दिल करदा छोटे जे बच्चे नूं इस तरह रस्ते विच बिठा देवे। ये भी डाढा दुखां विच फसिया होया है। इस तरह सतगुरु सोचदे सोचदे इहदे कोल जा के खलो गए। क्यों बई, किन्ने पैसे वट लैंदा है? हुण गरीबां ने किहड़ा गल्ला रखिया हुंदा है। जिस बोरी ते बैठा ओदे पुजे पैसे, झट देनी पैसे कड्ढे। महाराज इन्ने को पैसे ने लिया, मैनू दे दे। जदों गुरु रामदास महाराज जी ने हथ कीते ना, मैनू दे दे, एक बारी नहीं सोचिया, उन्हें सारे पैसे महाराज जी की तली ते रख दिते। चुकी टोकरी मोढे ते रखी बोरी, वो अपने घर नूं मुड़ गया सी। मां पुछदी है, कहंदी पुत्तर लिया बटक कुछ लैके आवां। सतसंगी घर विच महीने महीने का राशन आ जाना, ये उन्हां दीयां गल्लां ने जिन्हां कोल पैसे ने। गरीबां दी अज भी गल ये हुई है, जिहड़ा दिन भर कमाया उही शाम नूं खाना है। लिया बटक, दसदा नहीं, मेरी मां मैनूं डांटे। वो कहती पुत्तर अज बटक देण नूं दिल नहीं करदा? ते डरदा डरदा दसदा है, कहंदा मां अज मेरी छाबी ते गुरु रामदास आए सन। मां कहती पुत्र तेरी छाबी ते? एडे एडे लोकां दियां वड्डियां वड्डियां दुकानां, तेरी छाबी ते गुरु रामदास महाराज? हाँ मां आए सी। अज दी बटक महाराज लै गए। मां ने बच्चे नूं गुੱਟ के छाती नाल लाया, चंगा कीता तू बटक दे दित्ती। दूजे दिन फिर अवाले छोले टोकरी विच पाए, सारा दिन छोले बेचे ते शाम नूं महाराज फिर आ गए। अज दी बटक भी महाराज लै गए। ते साकीकार की लिखदा है, कहंदा अज ते इन्ना भी आटा नहीं भी 2-4 फुलके ही बन जाए। मां अंदर जाती है, पानी का कटोरा भर लियाती है, कहती पुत्र नाम प्रशादा मिले तो पानी रज के पी लेता है। जिन्हों ने गरीबी वेखी उन्होंने पता इस गल का, प्रशादा घट खाना तो पानी रज के पी लेना, समा लगा। अज मां ते पुत्र गुरु के प्यार में भुखे थे। तीजे दिन जिन्ने थोड़े जे छोले सन अवाल के टोकरी में पा के जब मां टोरन लगी ना, तो की कहती, कहती पुत्र मन ना मैला कर दे, अपनी भावना विच कोई तरेड़ ना आउण दे। पुत्र वो ते आप दाता है, ओनू साडे टकियां दी किहड़ी लोड़ पई है? मैनू लगता है अपनी गरीबी मुकण वाली है। ये ना सोची भी मां कोल कुछ नहीं, भी घर भी सब कुछ मुक गया है। उते आप दाता है, पुत्र अपनी गरीबी मुकण वाली है। अज भी बटक दे आई महाराज, उन्हें सारा दिन छोले बेचे सी, पर अज महाराज आए नहीं।
ਉਹਨੇ ਮੋਢੇ ਤੇ ਰੱਖੀ ਬੋਰੀ, ਹੱਥ ਵਿੱਚ ਚੁੱਕੀ ਟੋਕਰੀ ਤੇ ਉਹ ਪਰਕਰਮਾਂ ਵਿੱਚ ਚਲਾ ਗਿਆ ਸੀ। ਤੁਸੀਂ ਦੁੱਖ ਭੰਜਨੀ ਮੇਰੀ ਦੇ ਪਰਲੇ ਪਾਸੇ ਥੜਾ ਤੱਕਦੇ ਹੋ, ਅੱਜ ਮਹਾਰਾਜ ਇੱਥੇ ਬੈਠੇ ਸੀ। ਛੋਟਾ ਜਿਹਾ ਬੱਚਾ ਕਿਸੇ ਨੂੰ ਨਹੀਂ ਪੁੱਛਦਾ, ਕਈਆਂ ਨੂੰ ਪਰੇ ਕਰਕੇ ਤੇ ਅਗਾਂਹ ਜਾ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਮਹਾਰਾਜ ਆਏ ਨਹੀਂ ਅੱਜ। ਕਿੰਨੇ ਪੈਸੇ ਵੱਟੇ, ਬੋਝੇ ਚੋਂ ਕੱਢੇ ਪੈਸੇ ਇੰਨੇ ਕਿਨੇ। ਮਹਾਰਾਜ ਡਾਂਟਦੇ ਨੇ, ਤੈਨੂੰ ਛਾਬੀ ਨਹੀਂ ਲਾਉਣੀ ਆਉਂਦੀ। ਪਰਸੋਂ ਹੋਰ ਘੱਟ, ਕੱਲ ਹੋਰ ਘੱਟ ਤੇ ਅੱਜ ਹੋਰ ਘੱਟ, ਨਹੀਂ ਕੰਮ ਕਰਨਾ ਆਉਂਦਾ ਤੈਨੂੰ। ਉਹ ਕਹਿੰਦਾ ਮਹਾਰਾਜ ਪਹਿਲੇ ਦਿਨ ਦੇ ਪੈਸੇ ਵੀ ਤੁਸਾਂ ਲੈ ਲਏ, ਦੂਜੇ ਦਿਨ ਦੇ ਵੀ ਤੁਸਾਂ ਲੈ ਲਏ। ਥੋੜੇ ਜਿਹੇ ਪੈਸੇ ਛੋਲੇ ਬਚੇ ਸੀ, ਉਹ ਅੱਜ ਵਿਕ ਗਏ ਇੰਨਿਆਂ ਦੇ। ਕੱਲ ਤੋਂ ਤਾਂ ਮੈਂ ਆਇਆ ਵੀ ਨਹੀਂ ਕਰਨਾ, ਨਾ ਮੇਰੇ ਕੋਲ ਪੈਸੇ ਤੇ ਨਾ ਮੇਰੇ ਕੋਲ ਛੋਲੇ। ਹੁਣ ਆਣਾ ਹੀ ਨਹੀਂ ਮੈਂ ਕੱਲ ਤੋਂ। ਛੋਟਾ ਜਿਹਾ ਬੱਚਾ ਸਤਿਗੁਰਾਂ ਨੂੰ ਨਮਸਕਾਰ ਕਰਕੇ ਤੁਰਨ ਲੱਗਾ ਏ ਤੇ ਇੱਕ ਬਚਨ ਬੋਲਦਾ ਏ। ਉਹਨਾਂ ਬਚਨਾਂ ਨੇ ਮਹਾਰਾਜ ਜੀ ਨੂੰ ਮੋਹ ਲਿਆ ਸੀ। ਤੁਸੀਂ ਵੀ ਸ਼ਰਧਾ ਨਾਲ ਸੁਣੋ। ਕਈ ਵਾਰ ਬੱਚੇ ਐਸੀਆਂ ਗੱਲਾਂ ਕਰਦੇ ਨੇ, ਉਹ ਸਿਆਣਿਆਂ ਤੋਂ ਵੀ ਸਿਆਣੀਆਂ ਹੁੰਦੀਆਂ ਨੇ, ਸਿਆਣਿਆਂ ਨੂੰ ਵੀ ਮੋਹ ਲੈਂਦੀਆਂ ਨੇ। ਗੁਰੂ ਜੀ ਨੂੰ ਟੇਕ ਕੇ ਮੱਥਾ ਤੇ ਉੱਠਣ ਲੱਗਾ, ਤੋਤਲੀ ਦੀ ਆਵਾਜ਼ ਵਿੱਚ ਕਹਿੰਦਾ ਮਹਾਰਾਜ ਦਿਲ ਤੇ ਬੜਾ ਕਰਦਾ ਏ, ਤੈਨੂੰ ਵੱਧ ਤੋਂ ਵੱਧ ਪੈਸੇ ਵੱਟ ਕੇ ਦੇਵਾਂ, ਪਰ ਐ ਦਾਤਿਆ ਗਰੀਬੀ ਅੱਗੇ ਮੇਰਾ ਜ਼ੋਰ ਨਹੀਂ ਚੱਲਦਾ। ਦਿਲ ਤੇ ਬੜਾ ਕਰਦਾ, ਤੈਨੂੰ ਵੱਧ ਪੈਸੇ ਵੱਟ ਕੇ ਦੇਵਾਂ, ਗਰੀਬੀ ਅੱਗੇ ਮੇਰਾ ਜ਼ੋਰ ਨਹੀਂ ਚੱਲਦਾ। ਪਾਤਸ਼ਾਹ ਕਹਿੰਦੇ ਨਹੀਂ ਹੋਏ, ਤੂੰ ਤੇ ਬਹੁਤ ਅਮੀਰ ਹੈ। ਨਹੀਂ ਮਹਾਰਾਜ ਮੈਂ ਗਰੀਬ ਹਾਂ, ਤੂੰ ਅਮੀਰ ਹੈ। ਜਦੋਂ ਮਹਾਰਾਜ ਜੀ ਨੇ 3-4 ਵਾਰ ਆਖਿਆ ਅਮੀਰ ਹੈ, ਫਿਰ ਉਹਦੇ ਨੇਤਰ ਭਰ ਆਏ ਸਨ। ਕਹਿੰਦਾ ਮਹਾਰਾਜ ਪਾਣ ਨੂੰ ਕੱਪੜਾ ਨਹੀਂ ਤੇ ਖਾਣ ਨੂੰ ਰੋਟੀ ਨਹੀਂ, ਤੇ 3 ਦਿਨ ਤੋਂ ਮਾਂ ਵੀ ਭੁੱਖੀ ਬੈਠੀ ਏ। ਅਮੀਰ ਕੋਈ ਇਸ ਤਰ੍ਹਾਂ ਦੇ ਥੋੜੀ ਹੁੰਦੇ ਨੇ, ਇਹ ਕੋਈ ਅਮੀਰੀ ਥੋੜੀ ਹੈ। ਜਿਹੜੇ ਬੋਲ ਫਿਰ ਮਹਾਰਾਜ ਜੀ ਨੇ ਬੋਲੇ ਨਾ, ਉਹ ਸਾਖੀਕਾਰਾਂ ਨੇ ਸੰਭਾਲ ਰੱਖੇ ਨੇ। ਗੁਰੂ ਜੀ ਉੱਠ ਕੇ ਛੋਟੇ ਜਿਹੇ ਬੱਚੇ ਦੇ ਸਿਰ ਤੇ ਹੱਥ ਰੱਖਦੇ ਨੇ ਤੇ ਕੀ ਅਸੀਸ ਦਿੰਦੇ ਨੇ। ਕਹਿੰਦੇ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ। ਓਏ ਤੂੰ ਏਡਾ ਵੱਡਾ ਸ਼ਾਹ ਹੋਏਗਾ, ਦੁਨੀਆ ਦੇ ਵੱਡੇ ਵੱਡੇ ਸ਼ਾਹ ਤੇਰੇ ਅੱਗੇ ਝੁਕਣਗੇ। ਸੱਚ ਸਹੀ ਗੱਲਾਂ ਤੇ ਉਹਦੀ ਨਜ਼ਰ ਦੀਆਂ। ਕਈਆਂ ਦੇ ਵੱਡੇ ਵੱਡੇ ਸਟੋਰ ਤੇ ਹੌਲ ਨਹੀਂ ਚੱਲਦੇ, ਕਈਆਂ ਦੀ ਛਾਬੀ ਚਲੀ ਜਾਂਦੀ ਹੈ। ਉਹਦੀ ਨਜ਼ਰ ਦੀਆਂ ਗੱਲਾਂ, ਉਹਦੇ ਛੋਲਿਆਂ ਦੀ ਟੋਕਰੀ ਨੂੰ ਹੀ ਐਸੇ ਭਾਗ ਲੱਗਣ ਲੱਗ ਪਏ। ਅੱਜ ਹੋਰ ਕੱਲ ਹੋਰ। ਇੱਕ ਦਿਨ ਐਸਾ ਆਇਆ, ਅੰਮ੍ਰਿਤਸਰ ਦਾ ਸਭ ਤੋਂ ਅਮੀਰ ਬੰਦਾ। ਲੋਕੀ ਉਹਨੂੰ ਪਤਾ ਕੀ ਕਹਿੰਦੇ, ਜਿਹੜੇ ਲੋਕ ਉਹਨੂੰ ਛਾਬੀ ਲੈ ਕੇ ਆਪਣੀ ਦੁਕਾਨ ਦੇ ਮੂਹਰੇ ਨਹੀਂ ਸੀ ਖਲੋਣ ਦਿੰਦੇ, ਦੁਕਾਨਦਾਰ ਉੱਠ ਕੇ ਖਲੋ ਜਾਂਦੇ ਵੀ ਸ਼ਾਹ ਜੀ ਆ ਰਹੇ। ਅਮੀਰ ਬੰਦੇ ਅੱਗੇ ਹਰ ਕੋਈ ਝੁਕਦਾ ਹੈ, ਸ਼ਾਹ ਜੀ ਆ ਰਹੇ। ਤੇ ਜੇ ਕਿਤੇ ਗੁਰੂ ਰਾਮਦਾਸ ਜੀ ਦਾ ਇਤਿਹਾਸ ਦਾ ਪੰਨਾ ਬੋਲੋ ਤੇ ਸਾਖੀਕਾਰ ਵੀ ਉਹਦੇ ਪੰਨੇ ਤੇ ਇਸ ਤਰ੍ਹਾਂ ਹੀ ਲਿਖਦੇ ਨੇ, ਸੋਮਾ ਸ਼ਾਹ। ਦੇਖੋ ਗੁਰੂ ਮਹਾਰਾਜ ਜੀ ਦੀ ਕਿਰਪਾ, ਅੱਜ ਵੀ ਜਿਹੜੇ ਸ਼ਹਿਰਾਂ ਵਿੱਚ ਉਹਦੇ ਪਰਿਵਾਰ ਦੇ ਮੈਂਬਰ ਵਸਦੇ ਨੇ ਤੇ ਲੋਕੀ ਉਹਨਾਂ ਨੂੰ ਅੱਜ ਵੀ ਸ਼ਾਹ ਜੀ ਕਰਕੇ ਹੀ ਬੁਲਾਉਂਦੇ ਨੇ। ਇਸੇ ਤਰ੍ਹਾਂ ਵਿਦੇਸ਼ ਵਿੱਚ ਮੈਂ ਕੀਰਤਨ ਐਲੇ ਵਿੱਚ ਸੁਣਾ ਰਿਹਾ ਸੀ
ਤੇ ਉਹਨਾਂ ਦੇ ਪਰਿਵਾਰ ਦੇ ਬੱਚੇ ਬੈਠੇ ਸਨ। ਭਾਈ ਸਾਹਿਬ ਅਸੀਂ ਉਸ ਪਰਿਵਾਰ ਵਿੱਚ ਹਾਂ। ਫਿਰ ਕਹਿਣ ਲੱਗੇ, ਇੱਕ ਰਸਤੇ ਵਿੱਚ ਫੜੀ ਲਾਉਣ ਵਾਲਾ, ਛੋਲੇ ਵੇਚਣ ਵਾਲਾ ਇੰਨਾ ਅਮੀਰ ਹੋ ਜਾਵੇ ਕਿ ਅਮੀਰੀ ਅੱਜ ਤੱਕ ਨਾ ਮੁੱਕੇ। ਹੋ ਸਕਦਾ ਹੈ? ਹੋ ਤੇ ਨਹੀਂ ਸਕਦਾ। ਫਿਰ ਜੇ ਗੁਰੂ ਕਿਰਪਾ ਕਰ ਦੇਵੇ, ਰਸਤੇ ਵਿੱਚ ਫੜੀ ਲਾਉਣ ਵਾਲਾ ਵੀ ਇੰਨਾ ਅਮੀਰ ਹੋ ਜਾਵੇ, ਅਮੀਰੀ ਕਈ ਪੁਸਤਾਂ ਤੱਕ ਨਾ ਹੋਵੇ। ਇਹਨਾਂ ਦਿਨਾਂ ਨੂੰ ਯਾਦ ਕਰਕੇ ਗੁਰੂ ਰਾਮਦਾਸ ਜੀ ਨੇ ਬੋਲ ਲਿਖ ਦਿੱਤੇ ਨੇ, ਐ ਪਾਤਸ਼ਾਹ, ਜੇ ਲੋਕ ਮੈਨੂੰ ਪੁੱਛਦੇ ਨੇ ਸਿਰਫ ਤੇਰੇ ਕਰਕੇ, ਨਹੀਂ ਤੇ ਉਹ ਗਲੀਆਂ 'ਚ ਛੋਲੇ ਵੇਚਣ ਵਾਲੇ ਜੇਠੇ ਨੂੰ ਕਿਹਨੇ ਪੁੱਛਣਾ ਸੀ। ਹਮ ਰੁਲਤੇ ਫਿਰਤੇ कोई बात ना पूछता, जी हम रुलते फिरते कोई बात ना पूछता। गुर सतगुर संग, गुर सतगुर संग कीरे हम हम रुलते फिरते कोई बात ना पूछता। हम रुलते फिरते कोई बात ना पूछता। सतनाम श्री वाहिगुरू, वाहिगुरू श्री वाहिगुरू, वाहिगुरू वाहिगुरू। सतनाम श्री वाहिगुरू, वाहिगुरू। सतनाम श्री वाहिगुरू, वाहिगुरू वाहिगुरू। ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ।